ਵੀਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਜੀ ਡਾਕਟਰ ਸਾਹਿਬ ਸੁਰਜੀਤ ਕਾਲੋ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਵਧੀਆ ਰਸਤਾ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਰੇ ਸਿੱਖਾਂ ਵਾਸਤੇ ਅੰਮ੍ਰਿਤ ਛਕਣ ਦਾ ਦੱਸਿਆ ਹੈ। 1947 ਦੇਸ਼ ਵੰਡ ਤੋਂ ਪਹਿਲਾਂ ਤਕਰੀਬਨ ਸਾਰੇ ਸਿੱਖ ਅੰਮ੍ਰਿਤ ਛਕਦੇ ਸਨ। ਬਾਅਦ ਵਿੱਚ ਪਾਪ ਪੁੰਨ ਸਿੱਖਾਂ ਨੂੰ ਵੀ ਚਿੰਬੜਨ ਲੱਗ ਪਿਆ। ਜਿਹੜੇ ਸਿੱਖ ਅੰਮ੍ਰਿਤ ਨਹੀਂ ਛਕਦੇ ਉਹ ਕਿਹੋ ਜਿਹੇ ਪੁੰਨ ਦਾ ਕੰਮ ਕਰਦੇ ਹਨ। ਹਰ ਇੱਕ ਸਿੱਖ ਨੂੰ ਜੀਵਨ ਵਿੱਚ ਅੰਮ੍ਰਿਤ ਜ਼ਰੂਰ ਛਕਣਾ ਚਾਹੀਦਾ ਹੈ। ਬਾਣੀ ਪੜ੍ਹੋ, ਆਪਣਾ ਆਪ ਪਛਾਣਨ ਲਈ ਸਿੱਖ ਇਤਿਹਾਸ ਤੇ ਗੁਰੂ ਸਾਹਿਬਾਨ ਦੀਆਂ ਜੀਵਨੀਆਂ ਪੜ੍ਹੋ ਤੇ ਖਾਲਿਸਤਾਨ ਵਾਸਤੇ ਡਟ ਕੇ ਖੜੋ। ਖਾਲਿਸਤਾਨ ਜਿੰਦਾਬਾਦ। ਇਹਨਾਂ ਦੀ ਅਗਲੀ ਈਮੇਲ ਆਈ ਹੈ ਤੇ ਲਿਖਦੇ ਹਨ, ਗੁਰੂ ਸਾਹਿਬ ਨੇ ਕਿਹਾ ਹੈ ਕਿ ਕਣ ਕਣ ਵਿੱਚ ਭਗਵਾਨ ਹੈ। ਹਿੰਦੂ ਲੋਕ ਪੱਥਰ ਦੀ ਮੂਰਤੀ ਨੂੰ ਭਗਵਾਨ ਸਮਝ ਕੇ ਪੂਜਦੇ ਹਨ, ਪਰ ਉਸ ਦੇ ਬਣਾਏ ਇਨਸਾਨਾਂ ਨੂੰ ਗਲਾਂ ਵਿੱਚ ਟਾਇਰ ਪਾ ਕੇ ਅੱਗ ਲਾ ਕੇ ਸਾੜਦੇ ਹਨ। ਇਹੋ ਜਿਹੇ ਇਨਸਾਨ ਨਹੀਂ, ਪਰ ਇਨਸਾਫ ਦਿਵਾਉਣ ਲਈ ਸਾਥ ਦਿੰਦੇ। ਜੀ ਡਾਕਟਰ ਸਾਹਿਬ। ਵੀਰ ਸੁਰਜੀਤ ਕਾਲੋਂ ਜੀ ਦਾ ਬਹੁਤ ਬਹੁਤ ਧੰਨਵਾਦ। ਉਹ ਅਕਸਰ YouTube ਤੇ ਅਪਲੋਡ ਹੋਈਆਂ ਵੀਡੀਓਜ਼ ਦੇ ਥੱਲੇ ਕਾਮੈਂਟ ਲਿਖਦੇ ਨੇ ਜੀ। ਸਿੱਖੀ ਸੋਚ ਨਾਲ ਪੂਰੀ ਤਰ੍ਹਾਂ ਸਰਸ਼ਾਰ ਨੇ। ਉਹਨਾਂ ਦੀ ਲਿਖਤ ਦੇ ਵਿੱਚ ਗੁਰਮਤ, ਸਿੱਖੀ ਸਿਧਾਂਤ, ਸਿੱਖ ਇਤਿਹਾਸ, ਇਹ ਸਭ ਦਾ ਬੜਾ ਸੋਹਣਾ ਸੁਮੇਲ ਹੁੰਦਾ ਜੀ। ਬਹੁਤ ਵਾਰ ਉਹ ਅੱਛੀ ਪੰਜਾਬੀ ਦੇ ਵਿੱਚ ਟਾਈਪ ਕੀਤੀ ਪੰਜਾਬੀ 'ਚ ਲਿਖਦੇ ਨੇ। ਸੋ ਇਹ ਵੀ ਉਹਨਾਂ ਦੇ ਕਾਮੈਂਟ ਜਿਹੜੇ ਨੇ ਉਹ YouTube ਦੇ ਉੱਤੇ ਨੇ, ਈਮੇਲਸ ਨਹੀਂ ਨੇ। ਜੀ ਜੀ। ਤੇ ਅਸੀਂ ਇਸ ਲਈ ਕੁਝ ਸਮੇਂ ਬਾਅਦ, ਔਰ ਇਹ ਰੈਗੂਲਰ ਵੀ ਨੇ, ਬਹੁਤ ਸਾਰੇ ਵਾਚ ਕਰਦੇ ਨੇ ਔਰ ਬਹੁਤ ਸਾਰਿਆਂ ਦੇ ਥੱਲੇ ਕਾਮੈਂਟ ਹੁੰਦੇ ਨੇ। ਜਿਹੜਾ ਤੁਸੀਂ ਦੂਸਰਾ ਕਾਮੈਂਟ ਪੜ੍ਹਿਆ ਇਹ ਉਹਨਾਂ ਨੇ ਜਿਹੜੇ ਇੱਕ ਹੋਰ ਪੁਨੀਤ ਸ਼ਰਮਾ ਜਾਂ KD ਪੰਜਾਬੀ, ਉਹਨਾਂ ਦੀ ਲਿਖਤ ਆਏਗੀ ਆਉਣ ਵਾਲੇ ਦਿਨਾਂ 'ਚ ਕਿਵੇਂ ਜੀ। ਉਸ ਦੇ ਵਿੱਚ ਉਹਨਾਂ ਨੇ ਸਾਨੂੰ ਚੈਲੰਜ ਕੀਤਾ ਸੀ ਕਿ ਵੀ ਤੁਸੀਂ ਇਹ ਕਿਹਾ ਵੀ ਗੁਰੂ ਸਾਹਿਬ ਮੂਰਤੀ ਪੂਜਾ ਦੇ ਖਿਲਾਫ ਸੀ ਜਾਂ ਸਿੱਖੀ ਮੂਰਤੀ ਪੂਜਾ ਦੇ ਖਿਲਾਫ ਹੈ, ਪਰ ਉਹਨਾਂ ਨੇ ਕਿਹਾ ਕਿ ਜੀ ਉਹ ਤਾਂ ਜਿਹੜੇ ਪੰਡਤ ਲੋਕ ਨਹੀਂ ਸੀ ਵੜਨ ਦਿੰਦੇ ਦੂਸਰੇ ਛੋਟੀਆਂ ਜਾਤਾਂ ਨੂੰ ਜਾਂ ਦਲਿਤਾਂ ਨੂੰ, ਉਹਨਾਂ ਨੇ ਕਿਹਾ ਸੀ। ਉਹਨਾਂ ਨੇ ਕਿਹਾ ਕਿ ਜੀ ਇਹ ਤਾਂ ਕਣ ਕਣ ਦੇ ਵਿੱਚ ਭਗਵਾਨ ਹੈ। ਜੇ ਸਿੱਖੀ ਦਾ ਇਹ ਸਿਧਾਂਤ ਹੈ ਵੀ ਰੱਬ ਜ਼ਰੇ ਜ਼ਰੇ 'ਚ ਹੈ ਜੀ, ਫਿਰ ਮੂਰਤੀ ਦੇ ਵਿੱਚ ਵੀ ਰੱਬ ਹੈ। ਸੋ ਉਸ ਦੇ ਜਵਾਬ ਦੇ ਵਿੱਚ ਇਹਨਾਂ ਨੇ ਇਹ ਕਾਮੈਂਟ ਉਹਦੇ ਥੱਲੇ ਲਿਖਿਆ ਕਿ ਵੀ ਜੇ ਕਣ ਕਣ ਵਿੱਚ ਭਗਵਾਨ ਹੈ ਤੇ ਫਿਰ ਤੁਸੀਂ ਇਹ ਜਿਹੜੇ ਭਗਵਾਨ ਮੰਨਣ ਵਾਲੇ ਹੋ, ਕਣ ਕਣ 'ਚ ਭਗਵਾਨ ਨੂੰ ਤੁਸੀਂ ਟਾਇਰ ਗਲਾਂ 'ਚ ਪਾ ਕੇ ਸਿੱਖਾਂ ਨੂੰ ਸਾੜਿਆ ਜੀ। ਤੇ ਇਨਸਾਫ ਦਿਵਾਉਣ ਲਈ, ਉਹਨਾਂ ਇਨਸਾਨਾਂ ਦੇ ਨਾਲ ਖਲੋਣ ਦੇ ਲਈ ਤੁਸੀਂ ਕਿੱਥੇ ਹੋ ਜੀ। ਔਰ ਉਸ ਤੋਂ ਪਹਿਲਾਂ ਉਹਨਾਂ ਨੇ ਜਿਹੜਾ ਸਿੱਖਾਂ ਦੇ ਵਿੱਚ ਅੱਜ ਕਮਜ਼ੋਰੀਆਂ, ਪਾਪ ਪੁੰਨ ਦਾ ਕਾਨਸੈਪਟ ਦੇ ਨਾਂ ਥੱਲੇ ਜੋ ਜੋਤਸ਼ੀ, ਮੰਤਕੀ, ਤੰਤਰੀ ਇੱਧਰ ਉੱਧਰ ਜੋ ਖੱਜਲ ਖੁਆਰੀ ਕਰਦੇ ਨੇ, ਪੈਸੇ ਵੀ ਗਵਾਉਂਦੇ ਨੇ ਔਰ ਥਾਂ ਥਾਂ ਨੱਕ ਵੀ ਰਗੜਦੇ ਨੇ ਜੀ, ਉਹਨਾਂ ਨੇ ਕਿਹਾ ਕਿ ਭਾਈ ਅੰਮ੍ਰਿਤ ਛਕੋ। ਔਰ ਜਦੋਂ ਤੁਸੀਂ ਇਸ ਰਸਤੇ 'ਤੇ ਆ ਜਾਂਦੇ ਹੋ, ਗੁਰੂ ਦੇ ਸਾਹਮਣੇ ਆਪਣਾ ਆਪਾ ਭੇਟ ਕਰ ਦਿੰਦੇ ਹੋ, ਸਿੱਖ ਇਤਿਹਾਸ ਪੜ੍ਹੋ, ਗੁਰਬਾਣੀ ਦੇ ਨਾਲ ਜੁੜੋ, ਤੇ ਫਿਰ ਇਹ ਪਾਪ ਪੁੰਨ ਤੁਹਾਨੂੰ ਨਹੀਂ ਚੰਬੜਦੇ, ਤੁਹਾਡਾ ਮਨ ਡੋਲੇਗਾ ਨਹੀਂ ਔਰ ਡਟ ਕੇ ਖਾਲਿਸਤਾਨ ਦੇ ਲਈ ਕੰਮ ਕਰੋ ਜੀ। ਮੈਂ ਸਮਝਦਾ ਕਿ ਵੀ ਉਹਨਾਂ ਨੇ ਦੋਨੋਂ ਹੀ ਗੱਲਾਂ ਬਿਲਕੁਲ ਠੀਕ ਕਹੀਆਂ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਣ ਕਣ ਦੇ ਵਿੱਚ ਰੱਬ ਹੈ, ਪਰ ਇਹ ਤਸੱਵਰ ਕਰ ਲੈਣਾ, ਔਰ ਅਸੀਂ ਜਦੋਂ ਗੁਰਬਾਣੀ ਦੇ ਹਵਾਲੇ ਨਾਲ ਇਸ ਮੂਰਤੀ ਪੂਜਾ ਦੀ ਗੱਲ ਕਿਵੇਂ ਗੁਰੂ ਸਾਹਿਬਾਨ ਨੇ, ਭਗਤ ਜਨਾਂ ਨੇ ਇਸ ਨੂੰ ਨਕਾਰਿਆ, ਤੇ ਉਹ ਜ਼ਾਹਰ ਸੀ ਕਿ ਵੀ ਅਲਟੀਮੇਟਲੀ ਜਿਹੜੇ ਜੈਸਾ ਸੇਵੈ ਤੈਸਾ ਹੋਏ, ਜਿਹੜੇ ਜਿਹਨੂੰ ਸੇਵਦੇ ਨੇ, ਜਿਹਦੀ ਪੂਜਾ ਕਰਦੇ ਨੇ, ਜਿਹੜਾ ਉਹਨਾਂ ਦਾ ਇਸ਼ਟ ਹੈ, ਜਿਸ 'ਤੇ ਉਹਨਾਂ ਦੀ ਅਮਨ ਹੈ, ਫਿਰ ਉਹ ਜਿਹੇ ਹੀ ਹੋ ਜਾਂਦੇ ਨੇ ਜੀ। ਸੋ ਜੇ ਤੁਸੀਂ ਸਜੀਵ ਰੱਬ ਨੂੰ, ਜਾਗਤ ਜੋਤ ਰੱਬ ਨੂੰ ਮਹਿਸੂਸ ਕਰਦੇ ਹੋ, ਉਸ ਦੀ ਯਾਦ 'ਚ ਜੁੜਦੇ ਹੋ, ਤੇ ਤੁਹਾਡੀ ਜ਼ਿੰਦਗੀ ਧੜਕਦੀ ਹੈ ਉਸ ਜ਼ਿੰਦਗੀ ਦੇ ਨਾਲ ਜਿਹੜੀ ਕਿ ਉਸ ਕਣ ਕਣ 'ਚ ਰੱਬ ਨੇ ਚਾਰ ਚਫੇਰੇ ਰੁਮਕਾਈ ਹੋਈ ਹੈ। ਤੇ ਜੇ ਤੁਸੀਂ ਪੱਥਰ ਦੇ ਨਾਲ ਜੁੜਦੇ ਹੋ, ਜਿਸ ਨੂੰ ਭਗਤ ਕਬੀਰ ਸਾਹਿਬ ਨੇ ਜਿਹੜਾ ਉਹ ਪਾਹਨ ਕਰਕੇ ਹੀ ਕਿਹਾ, ਭੂਲੀ ਮਾਲ ਨਹੀਂ ਹੈ ਇਹੋ ਕਿ ਸਤਿਗੁਰ ਜਾਗਤਾ ਹੈ ਦਿਓ, ਸਤਿਗੁਰ ਜਾਗਤ ਦਿਓ ਹੈ, ਪਰ ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਓ ਜੀ। ਪਾਹਨ, ਹੁਣ ਉਹਨਾਂ ਨੇ ਜਿਹੜੇ ਵੀਰ ਨੇ ਸਾਨੂੰ ਲਿਖਿਆ, ਸ਼ਾਇਦ ਪੁਨੀਤ ਜੀ ਨੇ, ਉਹਨਾਂ ਨੇ ਕਿਹਾ ਕਿ ਜੀ ਤੁਸੀਂ ਸਾਡੇ ਅਪਮਾਨ ਕੀਤਾ ਜਜ਼ਬਿਆਂ ਦਾ, ਤੁਸੀਂ ਸਾਡੇ ਭਗਵਾਨ ਦੀ ਮੂਰਤੀ ਨੂੰ ਪੱਥਰ ਕਿਹਾ ਜੀ। ਸੋ ਭਾਈ ਮੈਂ ਪੱਥਰ ਨਹੀਂ ਕਿਹਾ, ਮੈਂ ਤਾਂ ਗੁਰਬਾਣੀ ਦੀ ਤੁਕ ਕੋਟ ਕੀਤੀ ਹੈ। ਔਰ ਕਬੀਰ ਸਾਹਿਬ ਕਹਿ ਰਹੇ ਕਿ ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਓ,
ਨਹੀਂ ਕਿ ਵੀ ਜਿਸ ਪੱਥਰ ਦੇ ਲਈ, ਪਾਹਨ ਪੱਥਰ ਨੂੰ ਕਹਿੰਦੇ ਨੇ ਜੀ, ਪਾਸ਼ਾਣ ਜਿਹੜਾ ਹੈ ਯੁੱਗ, ਜਿਹੜਾ ਪੱਥਰ ਯੁੱਗ ਹੈ ਉਹਨੂੰ ਸੰਸਕ੍ਰਿਤ ਹਿੰਦੀ ਚ ਪਾਸ਼ਾਣ ਯੁੱਗ ਕਹਿੰਦੇ ਨੇ। ਪਾਸ਼ਾਣ ਪਾਹਨ ਇਹ ਪੱਥਰ ਦੇ ਲਈ ਹੈ। ਸੋ ਕਬੀਰ ਸਾਹਿਬ ਕਹਿੰਦੇ ਨੇ ਕਿ ਵੀ ਜਿਹੜੀ ਮਾਲਣ ਹੈ ਉਸ ਪੱਥਰ ਦੇ ਲਈ, ਉਹ ਜਿਉਂਦੇ ਜਾਗਦੇ ਜਿਹੜੇ ਫੁੱਲ ਨੇ, ਪੱਤੀਆਂ ਨੇ, ਉਹਨਾਂ ਨੂੰ ਤੋੜ ਰਹੀ ਹੈ। ਸੋ ਇਹ ਜਿਹੜਾ ਗਲਾਂ 'ਚ ਟਾਇਰ ਪਾ ਕੇ ਸਾੜਨਾ ਹੈ, ਪੱਥਰ ਦਿਲ ਹੋਣਾ ਹੈ, ਜਿਹੜਾ ਸਜਿੰਦ ਰੱਬ ਦੇ ਵਿੱਚ ਯਕੀਨ ਰੱਖਦਾ ਹੈ, ਜਾਗਤ ਜੋਤ ਦੇ ਵਿੱਚ ਯਕੀਨ ਰੱਖਦਾ ਹੈ, ਉਸ ਦੇ ਵਿੱਚ ਦਇਆ, ਕੰਪੈਸ਼ਨ ਜਿਹੜਾ ਹੈ ਉਹ ਜ਼ਰੂਰ ਹੋਣਾ ਚਾਹੀਦਾ। ਇਹ ਨਹੀਂ ਹੈ ਵੀ ਉਹਨਾਂ 'ਚ ਜ਼ਾਲਮ ਨਹੀਂ ਹੋ ਸਕਦੇ। ਕਈ ਵਾਰ ਇੱਕ ਕਹਿਣ ਦਾ ਅੰਦਾਜ਼ ਵੀ ਹੁੰਦਾ, ਜਿਵੇਂ ਸੁਰਜੀਤ ਕਾਹਲੋਂ ਨੇ ਅੰਦਾਜ਼ ਕਿਹਾ ਕਿ ਭਾਈ ਜੇ ਕਣ ਕਣ 'ਚ ਰੱਬ ਹੈ ਤੇ ਤੁਸੀਂ ਉਸ ਦੇ ਕਰਕੇ ਮੂਰਤੀ ਪੂਜਦੇ ਹੋ, ਜੇ ਮੂਰਤੀ 'ਚ ਵੀ ਰੱਬ ਹੈ ਫਿਰ ਘੱਟੋ ਘੱਟ ਤੁਸੀਂ ਸਾੜਦੇ ਨਾ ਐਵੇਂ, ਤੇ ਜੇ ਸਾੜੇ ਨੇ ਤੇ ਫਿਰ ਘੱਟੋ ਘੱਟ ਤੁਹਾਡੇ 'ਚੋਂ ਕਿੰਨੇ ਜਿਹੜੇ ਉਹਨਾਂ ਲਈ ਇਨਸਾਫ ਲੈਣ ਲਈ ਖਲੋਤੇ ਨੇ ਜਾਂ ਖਲੋਂਦੇ ਨੇ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਸਾਡਾ ਅਗਲਾ ਕਮੈਂਟ ਆਇਆ ਹੈ ਕਾਸ਼ਿਫ ਮੁੱਲਾ ਜੀ ਦਾ। ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਬਹੁਤ ਖੂਬ, ਇੱਕ ਪਾਕਿਸਤਾਨੀ ਭਰਾ ਦੀ ਮੁਹੱਬਤ ਕਬੂਲ ਫਰਮਾਓ। ਮੇਰੇ ਜਿੰਨੇ ਵੀ ਸਿੱਖ ਭਰਾ ਭੈਣਾਂ ਸਭ ਨੂੰ ਬਹੁਤ ਮੁਹੱਬਤ ਕਰਦਾ ਵਾਂ ਤੇ ਚਾਹੁੰਦਾ ਹਾਂ ਕਿ ਉਹ ਉਹਨਾਂ ਦਾ ਖਾਲਿਸਤਾਨ ਜਲਦੀ ਬਣ ਜਾਵੇ। ਜੀ ਡਾਕਟਰ ਸਾਹਿਬ। ਕਾਸ਼ਿਫ ਮੁੱਲਾ ਜੀ ਦਾ ਬਹੁਤ ਬਹੁਤ ਧੰਨਵਾਦ। ਇੱਕ ਤਾਂ ਉਹਨਾਂ ਨੇ ਫਤਿਹ ਬੁਲਾਈ ਹੈ ਜੀ, ਇਹ ਵੀ ਬੜੀ ਯੂਨੀਕ ਗੱਲ ਹੁੰਦੀ ਹੈ। ਹਾਲਾਂਕਿ ਮੈਂ ਸਮਝਦਾ ਵੀ ਇਹ ਕਟਸੀ ਹੁੰਦੀ ਹੈ ਜਦੋਂ ਕੋਈ ਮੁਸਲਮਾਨ ਵੀਰ ਭੈਣ ਮਿਲਦੇ ਨੇ, ਤਾਂ ਮੈਂ ਸਗੋਂ ਉਹਨਾਂ ਦੇ ਸਤਿਕਾਰ 'ਚ ਉਹਨਾਂ ਦੇ ਭਾਵ ਨੂੰ ਰੱਖਦੇ ਹਾਂ, ਅਸਲਾਮ ਅਲੈਕਮ ਕਹਿਣ ਦਾ ਯਤਨ ਕਰਦੇ ਹਾਂ, ਉਹ ਅੱਗੋਂ ਸਤਿ ਸ੍ਰੀ ਅਕਾਲ ਕਹਿ ਰਹੇ ਹੁੰਦੇ ਨੇ। ਸੋ ਇਹ ਮਿਊਚੁਅਲ ਰਿਸਪੈਕਟ ਹੈ, ਕਿਉਂਕਿ ਅਲਟੀਮੇਟਲੀ ਇਹ ਵੀ ਜਿਹੜਾ ਸਤਿ ਸ੍ਰੀ ਅਕਾਲ ਕਿ ਰੱਬ ਇੱਕ ਹੈ, ਸੱਤ ਹੈ, ਔਰ ਅਸਲਾਮ ਅਲੈਕਮ ਵੀ ਪੀਸ ਔਨ ਯੂ ਵਾਲੀ ਗੱਲ ਹੀ ਹੈ ਵੀ ਤੁਹਾਨੂੰ ਅੱਲਾ ਖੁਸ਼ ਰੱਖੇ, ਸ਼ਾਂਤੀ ਦੇ। ਸੋ ਉਹਨਾਂ ਨੇ ਇੱਕ ਪਾਕਿਸਤਾਨੀ ਭਰਾ ਦੇ ਨਾਤੇ ਕਿਹਾ ਕਿ ਸਾਰਿਆਂ ਨੂੰ ਉਹਨਾਂ ਨੇ ਫਤਿਹ ਅਰਜ਼ ਕੀਤੀ ਹੈ। ਅਸੀਂ ਵੀ ਉਹਨਾਂ ਦੀ ਫਤਿਹ ਦਾ ਜਵਾਬ ਫਤਿਹ ਜੀ ਦਿੰਦੇ ਜੀ, ਔਰ ਉਹਨਾਂ ਨੇ ਖਾਲਿਸਤਾਨ ਦੇ ਲਈ ਵੀ ਸ਼ੁਭ ਕਾਮਨਾ ਕੀਤੀ ਹੈ, ਦੁਆ ਕੀਤੀ ਹੈ ਜੀ। ਸੋ ਇਸ ਦੇ ਲਈ ਵੀ ਉਹਨਾਂ ਦਾ ਸ਼ੁਕਰੀਆ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਇਸ ਨਾਲ ਲੈਣੇ ਬ੍ਰੇਕ। ਵੀਅਰਸ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।